ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣ, ਤੂ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਮਾਧੋ ਹਮ ਐਸੇ ਤੂ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਕਿਰਪਾ ਕਰਹੁ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਏਹੀ, ਕਹਾ ਬੁੱਧ ਪ੍ਰਭ ਤੁਸ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਅਗਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੋਲਾਇਆ ਤੇਰਾ, ਅਮਿ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਮੂਰ ਅਰ ਸਹੂ ਪੁਰ ਸਹੂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ। ਘਰ ਪਹਿਲਾ ਇਕ ਓੰਕਾਰ, ਸਤਿਗੁਰ ਪ੍ਰਸਾਦ। ਸਭ ਅਵਗਣ ਮੈਂ ਗੁਣ ਨਹਿ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਸਭ ਅਵਗਣ ਮੈਂ ਗੁਣ ਨਹਿ ਕੋਈ, ਕਿਉ ਕਰ ਕੰਤ ਮਿਲਾਵਾ ਹੋਈ। ਨਾ ਮੈਂ ਰੂਪ ਨ ਬੰਕੇ ਨੈਨਾ, ਨਾ ਕੁਲ ਢੰਗ ਨ ਮਿੱਠੇ ਬੈਣਾ। ਨਾ ਮੈਂ ਰੂਪ ਨ ਬੰਕੇ ਨੈਨਾ, ਨਾ ਕੁਲ ਢੰਗ ਨ ਮਿੱਠੇ ਬੈਣਾ। ਰਹਾਉ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਬੜਿਆਂ ਵੱਡਿਆਂ ਭਾਗਾਂ ਵਾਲੇ ਹਾਂ ਜੋ ਵਾਹੋ ਪ੍ਰਗਟਿਓ ਮਰਦਾ ਗੰਮੜਾ ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਐਸੇ ਦੀਨ ਦਇਆਲ ਸਤਿਗੁਰੂ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਖਾਲਸੇ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨ ਵਾਲੇ ਖਾਲਸੇ ਦੇ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਮੁਬਾਰਕ ਚਰਨ ਸੋ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਚਵਰ ਸਤਰ ਤਖਤ ਦੇ ਮਾਲਕ ਜਾਹਰਾ ਜਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿੰਨਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਸਰਵਣ ਕਰਕੇ ਉਪਰੰਤ ਗੁਰੂ ਘਰ ਦੇ ਰਾਗੀ ਸਿੰਘਾਂ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰਨ ਦਾ ਯਤਨ ਕਰ ਰਹੇ ਹਾਂ। ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਵਿੱਚ ਵਰਤਨ, ਸ਼ੀਸ਼ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਹੀ ਕਰਵਾ ਲੈਣ ਜੀ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ। ਸਾਰੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪਹਿਲਾ। ਘਰ ਪਹਿਲਾ। ਸੂਹੀ ਰਾਗ ਦੇ ਵਿੱਚ ਇੱਥੋਂ ਅਸ਼ਟਪਦੀਆਂ ਆਰੰਭ ਹੋ ਰਹੀਆਂ ਨੇ। ਮਹੱਲੇ ਪਹਿਲੇ ਤੋਂ ਭਾਵ ਜਿਨ੍ਹਾਂ ਦੇ ਬਾਰੇ ਭਾਈ ਗੁਰਦਾਸ ਜੀ ਕਹਿਣ ਲੱਗੇ, ਜਾਹਰ ਪੀਰ ਜਗਤ ਗੁਰ ਬਾਬਾ। ਤੇ ਭੱਟਾਂ ਨੇ ਵੀ ਬਚਨ ਕੀਤਾ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਐਸੇ ਦੀਨ ਦਇਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀਆਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਗ 750 ਉੱਪਰ ਸ਼ੋਭਾਇਮਾਨ ਹੈ। ਘਰ ਪਹਿਲਾ। ਘਰ ਪਹਿਲੇ ਤੋਂ ਭਾਵ ਕਿ ਘਰ ਦਾ ਮਤਲਬ ਜਿਹੜਾ ਹੈ ਉਹ ਸੁਰ ਤਾਲ ਦੇ ਨਾਲ ਸੰਬੰਧਿਤ ਹੋਇਆ ਕਰਦਾ ਹੈ। ਗੁਰਬਾਣੀ ਦੇ ਵਿੱਚ 17 ਘਰਾਂ ਦਾ ਜ਼ਿਕਰ ਆਉਂਦਾ ਹੈ ਤੇ ਸਤਿਗੁਰੂ ਜੀ ਇਹ ਹੁਕਮ ਕਰਦੇ ਨੇ, ਹਦਾਇਤ ਕਰਦੇ ਨੇ ਕਿ ਇਸ ਅਸ਼ਟਪਦੀ ਨੂੰ ਜਿਹੜਾ ਹੈ ਪਹਿਲੇ ਘਰ ਦੇ ਵਿੱਚ ਗਾਉਣਾ ਹੈ। ਇਹ ਜਿੱਥੇ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਤੇ ਗੁਰਬਾਣੀ ਸਤਿਗੁਰੂ ਜੀ ਨੇ 31 ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ। ਇਸ ਤੋਂ ਪਹਿਲੇ ਰਾਗ ਹਨ ਸ੍ਰੀ ਰਾਗ, ਮਾਝ, ਗੌੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ,
ਉਪਰੰਤ ਜਿਹੜਾ ਹੈ 15ਵੇਂ ਸਥਾਨ ਤੇ ਸੂਹੀ ਰਾਗ ਦਰਜ ਹੈ। ਸਤਿਗੁਰੂ ਜੀ ਮੰਗਲਾਚਰਨ ਕਰਦੇ ਹੋਏ ਲਿਖਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਇੱਕ ਹੈ, ਹਰ ਥਾਂ ਤੇ ਰਮਿਆ ਹੋਇਆ ਹੈ। ਕਿਉਂਕਿ ਅਸੀਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਕਹਿਣ ਲੱਗੇ, ਹੈ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਤੋਂ ਬਿਨਾਂ ਹੋਰ ਕੋਈ ਸੰਸਾਰ ਦੇ ਵਿੱਚ ਦੂਸਰਾ ਹੈ ਹੀ ਨਹੀਂ, ਕਿਉਂਕਿ ਜੋ ਵੀ ਤੁਸੀਂ ਕਰਦੇ ਹੋ ਉਹ ਕੁਝ ਹੁੰਦਾ ਹੈ। ਸਤਿਗੁਰ ਪ੍ਰਸਾਦ ਉਹ ਸੱਚਾ ਹੈ, ਗੁਰੂ ਕਿਰਪਾ ਦੇ ਨਾਲ ਉਸ ਇੱਕ ਨੂੰ ਜਾਣਿਆ ਜਾ ਸਕਦਾ ਹੈ। ਕਿਉਂਕਿ ਅਸੀਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਸਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ। ਸਭ ਕਹਿਣ ਲੱਗੇ, ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਨਾ, ਉਹ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸਮਝਦੇ ਨੇ, ਤੇ ਜਦੋਂ ਸਮਝ ਲੈਂਦੇ ਨੇ ਫਿਰ ਉਹਨੂੰ ਜਪ ਕੇ, ਉਹਦੀ ਸਿਫਤ ਸਲਾਹ ਕਰਕੇ, ਉਹਦੀ ਉਸਤਤ ਕਰਕੇ ਫਿਰ ਉਹ ਜਿਹੜੇ ਨੇ ਇੱਕ ਦੇ ਵਿੱਚ ਹੀ ਅਭੇਦ ਹੋ ਜਾਂਦੇ ਨੇ। ਸਤਿਗੁਰੂ ਜੀ ਆਰੰਭ ਵਾਲੀਆਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਹਨ, ਸਭ ਅਵਗਣ ਮੈਂ ਗੁਣ ਨਹੀਂ ਕੋਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਤਮ ਵਕਤੇ ਦੇ ਰੂਪ ਦੇ ਵਿੱਚ ਆਪਣੇ ਉੱਤੇ ਗੱਲ ਲਾ ਕੇ ਸਾਨੂੰ ਸਮਝਾਉਣਾ ਕਰਦੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮੇਰੇ ਵਿੱਚ ਸਾਰੇ ਹੀ ਔਗਣ ਨੇ, ਗੁਣ ਨਹੀਂ ਕੋਈ, ਮੇਰੇ ਵਿੱਚ ਕੋਈ ਵੀ ਜਿਹੜਾ ਹੈ ਗੁਣ ਨਹੀਂ। ਕਿਉਂਕਿ ਅਸੀਂ ਭੱਟਾਂ ਦੇ ਬਚਨ ਪੜ੍ਹਦੇ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਸਾੜ ਬਿਖੈ ਬਿਖ ਖਾਈ। ਭੱਟ ਜੀ ਕਹਿਣ ਲੱਗੇ, ਹੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਅਸੀਂ ਔਗਣਾਂ ਦੇ ਨਾਲ ਭਰੇ ਹੋਏ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਸਾਡੇ ਵਿੱਚ ਕੋਈ ਇੱਕ ਵੀ ਗੁਣ ਨਹੀਂ ਹੈ, ਤੇ ਕਰਦੇ ਕੀ ਪਏ ਹਾਂ ਅੰਮ੍ਰਿਤ ਸਾੜ ਬਿਖੈ ਬਿਖ ਖਾਈ। ਤੇਰੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਸੰਸਾਰ ਦੇ ਜ਼ਹਿਰ ਰੂਪੀ ਜਿਹੜਾ ਹੈ ਉਹਦੇ ਨਾਲ ਅਸੀਂ ਆਪਣਾ ਜੀਵਨ ਬਤੀਤ ਕਰਦੇ ਪਏ ਹਾਂ। ਜਿੱਥੇ ਸਤਿਗੁਰੂ ਜੀ ਨੇ ਔਗਣਾਂ ਦੀ ਗੱਲ ਕੀਤੀ, ਉੱਥੇ ਭਾਈ ਗੁਰਦਾਸ ਜੀ ਨੇ ਆਪਣੇ ਉੱਤੇ ਗੱਲ ਲਾ ਕੇ ਸਾਨੂੰ ਸਮਝਾਉਣਾ ਕੀਤਾ। ਭਾਈ ਗੁਰਦਾਸ ਜੀ ਨੇ ਵੀ ਔਗਣਾਂ ਦਾ ਜਿਹੜਾ ਮੁੱਖ ਮੰਤਵ ਹੈ ਉਹ ਦੱਸਣਾ ਕੀਤਾ, ਜਿਹੜੇ ਇਨਸਾਨ ਦੇ ਵਿੱਚ ਹੋਇਆ ਕਰਦੇ ਨੇ। ਕਿਉਂਕਿ ਭਾਈ ਗੁਰਦਾਸ ਜੀ ਕਹਿਣ ਲੱਗੇ, ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਉ ਪਰ ਘਰ ਜੋ ਹੰਦਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਹੈ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਜੀ, ਮੈਂ ਜਿਹੜਾ ਵਾਂ ਅਪਰਾਧੀ ਵੀ ਹਾਂ, ਗੁਨਾਹਗਾਰ ਵੀ ਹਾਂ। ਸਾਧ ਸੰਗਤ ਜੀ, ਪਾਪ ਦੇ ਵਿੱਚ ਤੇ ਅਪਰਾਧ ਦੇ ਵਿੱਚ ਫਰਕ ਹੋਇਆ ਕਰਦਾ ਏ। ਪਾਪ ਉਹ ਹੁੰਦਾ ਹੈ ਜਿਹੜਾ ਮਨੁੱਖ ਮਨ ਦੇ ਵਿੱਚ ਸੋਚਦਾ ਏ, ਤੇ ਅਪਰਾਧ ਉਦੋਂ ਬਣ ਜਾਂਦਾ ਏ ਜਦੋਂ ਅਮਲੀ ਜਾਮਾ ਪਹਿਨਾ ਦਿੱਤਾ ਜਾਂਦਾ ਏ। ਇਸੇ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਨਰ ਅਚੇਤ ਪਾਪ ਤੇ ਡਰ ਰੇ, ਹੇ ਮਨੁੱਖ ਹੇ ਨਰ, ਇਹੋ ਜਿਹੇ ਪਾਪਾਂ ਤੋਂ ਡਰਿਆ ਕਰ। ਕਿਉਂਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਕਹਿੰਦੇ, ਨਹ ਬਿਲੰਬ ਧਰਮੰ ਬਿਲੰਬ ਪਾਪੰ। ਭਾਈ ਗੁਰਦਾਸ ਜੀ ਕਹਿਣ ਲੱਗੇ, ਹਉ ਅਪਰਾਧੀ ਗੁਨਹਗਾਰ, ਗੁਨਾਹਗਾਰ ਵੀ ਬੜਾ ਵੱਡਾ ਵਾਂ ਤੇ ਅਪਰਾਧੀ ਵੀ ਬੜਾ ਵੱਡਾ ਹਾਂ। ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ। ਸਤਿਗੁਰੂ ਜੀ ਤੁਹਾਡੇ ਤੋਂ ਬੇਮੁਖ ਵੀ ਹਾਂ, ਚੋਰ ਜਾਰ ਜੁਆਰ, ਹਉ ਪਰ ਘਰ ਜੋ ਹੰਦਾ। ਚੋਰ ਵੀ ਹਾਂ, ਯਾਰ ਵੀ ਹਾਂ, ਜੂਆ ਖੇਡਣ ਵਾਲਾ ਜੁਆਰੀ ਵੀ ਹਾਂ। ਚੋਰ ਜਾਰ ਜੁਆਰ, ਹਉ ਪਰ ਘਰ ਜੋ ਹੰਦਾ। ਪਰਾਏ ਘਰਾਂ ਦੇ ਵਿੱਚ ਵੀ ਤੱਕਦਾ ਵਾਂ, ਪਰਾਏ ਘਰਾਂ ਦੇ ਵਿੱਚ ਵੀ ਨਿਗਾਹ ਮਾਰਦਾ ਵਾਂ। ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਉ ਪਰ ਘਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ ਠਗੰਦਾ। ਭਾਈ ਗੁਰਦਾਸ ਜੀ ਕਹਿਣ ਲੱਗੇ, ਨਿੰਦਕ ਵੀ
ਬੜਾ ਵੱਡਾ ਵਾਂ। ਹਰਾਮ ਖੋਰ ਵੀ ਹਾਂ, ਦੁਸ਼ਟ ਵੀ ਹਾਂ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ। ਤੇ ਸਾਰੇ ਸੰਸਾਰ ਨੂੰ ਠੱਗਦਾ ਵੀ ਪਿਆ ਵਾਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਠੱਗਦਾ ਪਿਆ ਵਾਂ। ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਸਾਹਿਬ ਕਹਿਣ ਲੱਗੇ ਇਹ ਜਿਹੜੇ ਪੰਜ ਔਗਣ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਮੇਰੇ ਵਿੱਚ ਨੇ। ਕਾਮ ਕ੍ਰੋਧ ਅਰ ਲੋਭ ਮੋਹ ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਵਿਸ਼ਵਾਸ ਘਾਤ ਵੀ ਕਰਦਾ ਵਾਂ, ਅਕਿਰਤ ਘਣ ਵੀ ਬੜਾ ਵੱਡਾ ਹਾਂ। ਵਿਸਾਸ ਘਾਤ ਅਕਿਰਤ ਘਣ ਹਉ ਬੇਮੁਖ ਮੰਦਾ। ਚੋਰ ਜਾਰ ਜੁਆਰ ਹੋ ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ। ਕਾਮ ਕ੍ਰੋਧ ਮਲ ਲੋਭ ਮੋਹ ਅਹੰਕਾਰ ਕਰੰਦਾ। ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਸਤਿਗੁਰੂ ਜੀ ਤੁਹਾਡੇ ਦਰ ਤੋਂ ਬਿਨਾਂ ਰੱਖਣ ਵਾਲਾ ਵੀ ਕੋਈ ਨਹੀਂ। ਚੋਰ ਜਾਰ ਜੁਆਰ ਹੋ ਪਰ ਘਰ ਜੋ ਹੰਦਾ। ਵਿਸਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਤੇ ਅਖੀਰਲੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਕਹਿਣ ਲੱਗੇ, ਸਿਮਰ ਮੁਰੀਦਾ ਢਾਡੀਆ ਸਤ ਗੁਰ ਬਖਸ਼ੰਦਾ। ਜੇ ਇੰਨੇ ਵੀ ਔਗਣ ਤੇਰੇ ਵਿੱਚ ਹੋਣ ਨਾ, ਤੂੰ ਸਤਿਗੁਰੂ ਜੀ ਨੂੰ ਯਾਦ ਕਰੇ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੇ, ਤੇ ਕੀ ਹੁੰਦਾ ਏ, ਤੂੰ ਬਖਸ਼ਿਆ ਜਾਵੇਂਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਭ ਅਵਗਣ ਮੈਂ ਗੁਣ ਨਹੀਂ ਕੋਈ, ਮੇਰੇ ਵਿੱਚ ਕੋਈ ਵੀ ਗੁਣ ਨਹੀਂ। ਕਿਉਂਕਿ ਭਗਤ ਰਵਿਦਾਸ ਜੀ ਨੇ ਇੱਕ ਬਚਨ ਕੀਤਾ। ਭਗਤ ਰਵਿਦਾਸ ਜੀ ਕਹਿਣ ਲੱਗੇ, ਮਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਉਹਨਾਂ ਜਾਨਵਰਾਂ ਦੇ ਵਿੱਚ, ਉਹਨਾਂ ਜੀਵਾਂ ਦੇ ਵਿੱਚ ਇੱਕ ਇੱਕ ਦੋਸ਼ ਹੁੰਦਾ ਏ, ਇੱਕ ਇੱਕ ਅਵਗਣ ਹੁੰਦਾ ਏ, ਪਰ ਉਹਨਾਂ ਦਾ ਕੋਈ ਪਾਰਾਵਾਰ ਨਹੀਂ। ਉਹ ਵੀ ਜਿਹੜਾ ਹੈ ਅੰਤ ਨੂੰ ਜਨਮ ਜਿਹੜਾ ਹੈ ਜੂਏ ਦੀ ਤਰ੍ਹਾਂ ਹਾਰ ਕੇ ਜਾਂਦੇ ਨੇ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ। ਭਗਤ ਰਵਿਦਾਸ ਜੀ ਕਹਿਣ ਲੱਗੇ, ਪਰ ਇਹ ਜੀਵ ਦੇ ਵਿੱਚ ਜਿਹੜੇ ਨੇ ਪੰਜੇ ਵਿਕਾਰ ਇਸ ਇੱਕ ਜੀਵ ਦੇ ਅੰਦਰ ਨੇ। ਪੰਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ। ਸਾਹਿਬ ਕਹਿਣ ਲੱਗੇ, ਇਹਦੇ ਬਚਨ ਦਾ ਕੋਈ ਵੀ ਤਰੀਕਾ ਨਹੀਂ। ਜੇ ਅਸੀਂ ਔਗਣਾਂ ਦੀ ਗੱਲ ਕਰੀਏ ਤੇ ਪਹਿਲਾਂ ਜਿਹੜਾ ਇਹ ਔਗਣ ਹੋਇਆ ਕਰਦਾ ਹੈ। ਔਗਣ ਕਿਵੇਂ ਬਣਦਾ ਹੈ? ਸੰਗਤ ਦੇ ਨਾਲ। ਅਸੀਂ ਬਾਬਾ ਬਿਧੀ ਚੰਦ ਜੀਆਂ ਦਾ ਜੀਵਨ ਪੜ੍ਹਦੇ ਹਾਂ ਤੇ ਪਹਿਲਾਂ ਉਹਨਾਂ ਦਾ ਨਾਨਕੇ ਜਿਹੜੇ ਨੇ ਉਹ ਸਰਹਾਲੀ ਪਿੰਡ ਦੇ ਵਿੱਚ ਨੇ। ਨਾਨਕਿਆਂ ਦੇ ਵਿੱਚ ਸੰਗਤ ਇਹੋ ਜਿਹੀ ਮਿਲ ਗਈ ਕਿ ਚੋਰੀਆਂ ਕਰਨ ਲੱਗ ਪਏ। ਕਿਉਂਕਿ ਭਗਤ ਕਬੀਰ ਜੀ ਕਹਿਣ ਲੱਗੇ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦੇ ਸਜਾਏ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਭਗਤ ਕਬੀਰ ਜੀ ਕਹਿਣ ਲੱਗੇ, ਮਨ ਪੰਖੀ ਦੀ ਤਰ੍ਹਾਂ ਵਾ। ਜਦੋਂ ਪੰਛੀ ਜਿਹੜਾ ਹੈ ਧਰਤੀ ਤੋਂ ਆਕਾਸ਼ ਦੇ ਵਿੱਚ ਵੀ ਉੱਡ ਲੈਂਦਾ ਹੈ ਤੇ ਜਿੱਥੇ ਵੀ ਲੋੜ ਪਵੇ ਉੱਥੇ ਉੱਡ ਕੇ ਚਲਿਆ ਜਾਂਦਾ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਮਨ ਵੀ ਇੱਕ ਪੰਛੀ ਦੀ ਤਰ੍ਹਾਂ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦੇ ਸਜਾਏ। ਇਹ ਵੀ ਦਸਾਂ ਦਸਾਂ ਦੇ ਵਿੱਚ ਭਟਕਦਾ ਏ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿਹੋ ਜਿਹੀ ਸੰਗਤ ਮਨੁੱਖ ਕਰਦਾ ਏ ਉਹੋ ਜਿਹਾ ਉਹਦਾ ਜੀਵਨ ਬਣ ਜਾਂਦਾ ਏ। ਪਰ ਕੋਈ ਪੂਰਬਲਾ ਕਰਮ ਜਾਗ ਪਿਆ, ਜਿਹੜਾ ਬਾਬਾ ਬਿਧੀ ਚੰਦ ਜੀ ਨੂੰ ਭਾਈ ਅਦਲੀ ਜੀ ਵਰਗੇ ਗੁਰਸਿੱਖ ਦੀ ਸੰਗਤ ਮਿਲ ਗਈ ਤੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਗਏ। ਕਿਉਂਕਿ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਸਿਮਰ ਮੁਰੀਦਾ ਢਾਡੀਆ ਸਤ ਗੁਰ ਬਖਸ਼ੰਦਾ। ਸਤਿਗੁਰੂ ਜੀ ਜਿਹੜੇ ਨੇ ਉਹ ਗੁਨਾਹ ਵੀ ਨਹੀਂ ਵੇਖਦੇ। ਕਿਉਂਕਿ ਸਾਡੀ ਹਾਲਤ ਇਹ ਹੈ, ਲੇਖਾ ਕਤ ਹੈ ਨਾ ਸੂਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਸਿਮਰ ਮੁਰੀਦਾ ਢਾਡੀਆ ਸਤ ਗੁਰ ਬਖਸ਼ੰਦਾ। ਬਾਬਾ ਬਿਧੀ ਚੰਦ ਜੀ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਕੀਤੀ। ਸਮਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਆਇਆ, ਉਹਨਾਂ ਦੀ ਸੰਗਤ ਕੀਤੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਬਚਨਾਂ ਨੂੰ ਕਮਾਇਆ। ਜੇ ਘੋੜੇ ਲਿਆਉਣ ਦੀ ਗੱਲ ਕੀਤੀ ਤੇ ਭਾਈ ਬਿਧੀ ਚੰਦ ਜੀ ਨੇ ਜਿਹੜੇ ਨੇ ਉਹ ਘੋੜੇ ਲਿਆ ਕਰਕੇ ਸਤਿਗੁਰੂ ਜੀ ਦੇ ਹਜ਼ੂਰ ਜਿਹੜੇ ਨੇ ਉਹ ਪੇਸ਼ ਕੀਤੇ ਨੇ। ਤੇ ਜਿਸ ਦਿਨ ਘੋੜੇ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਕੰਠ ਦੇ ਨਾਲ ਲਾ ਕੇ ਬਚਨ ਕੀਤਾ ਸੀ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ।
ਕਿ ਆਪਣਾ ਸੀਨਾ ਹੁੰਦਾ ਜਿਹੜਾ ਏ ਉਹ ਮਾਨ ਦਿੱਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਭ ਅਵਗਣ ਮੈਂ, ਗੁਣ ਨਹੀਂ ਕੋਈ। ਸਾਨੂੰ ਸਮਝਾਉਣਾ ਕਰਦੇ ਨੇ, ਜੀਵ ਤੇਰੇ ਵਿੱਚ ਵੀ ਬੜੇ ਔਗਣ, ਤੇਰੇ ਕੋਲ ਗੁਣ ਵੀ ਕੋਈ ਨਹੀਂ। ਤੇ ਇਹ ਵੀ ਗੱਲ ਹੈ, ਹਰ ਬਿਸਰਤ ਤੇਰੇ ਗੁਣ ਗਲਿਆ, ਵਿਨ ਗੁਣ ਕੀਤੇ ਭਗਤ ਨਾ ਹੋਏ। ਕਿ ਗੁਣਾਂ ਤੋਂ ਬਗੈਰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਭਗਤੀ ਨਹੀਂ ਕੀਤੀ ਜਾ ਸਕਦੀ। ਜਦੋਂ ਉਸ ਨੂੰ ਵਿਸਾਰ ਦਿੰਦੇ ਆ, ਫਿਰ ਜਿਹੜਾ ਕੋਈ ਗੁਣ ਭਗਤੀ ਕਰਨ ਕਰਕੇ ਹੋਇਆ ਹੁੰਦਾ ਏ, ਉਹ ਵੀ ਜਿਹੜਾ ਏ ਗਲ ਜਾਂਦਾ ਏ, ਉਹ ਵੀ ਜਿਹੜਾ ਏ ਸਵਾਹ ਹੋ ਜਾਂਦਾ ਏ। ਕਿਉ ਕਰ ਕੰਤ ਮਿਲਾਵਾ ਹੋਈ, ਕੰਤ ਦਾ ਅਰਥ ਹੈ ਖਸਮ ਪਰਮਾਤਮਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮੇਰੇ ਵਿੱਚ ਬੜੇ ਔਗਣ ਨੇ ਤੇ ਗੁਣ ਕੋਈ ਵੀ ਨਹੀਂ, ਤੇ ਕਿਵੇਂ ਮੇਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ। ਨਾ ਮੈਂ ਰੂਪ ਨਾ ਬੰਕੇ ਨੈਣਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਨਾ ਹੀ ਤੇ ਸਾਡੀ ਸੰਗਤ ਚੰਗੀ ਹੈ, ਨਾ ਹੀ ਬੰਕੇ ਨੈਣਾ, ਨਾ ਹੀ ਕੋਈ ਭੈ ਭਾਵਨੀ ਵਾਲੇ ਨੇਤਰ ਨੇ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਹੀ ਕੋਈ ਸੁੰਦਰ ਸਰੂਪ ਹੈ, ਨਾ ਹੀ ਕੋਈ ਨੈਣ ਸੁੰਦਰ ਨੇ। ਨਾ ਕੁਲ ਢੰਗ ਨਾ ਮੀਠੇ ਬੈਣਾ, ਨਾ ਕੁਲ ਢੰਗ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਕੋਈ ਚੰਗੀ ਕੁਲ ਵੀ ਨਹੀਂ, ਸੰਗਤ ਵੀ ਚੰਗੀ ਨਹੀਂ। ਨਾ ਕੁਲ ਢੰਗ ਨਾ ਮੀਠੇ ਬੈਣਾ, ਮੀਠੇ ਦਾ ਅਰਥ ਹੈ ਮਿੱਠੇ, ਬੈਣਾ ਦਾ ਅਰਥ ਹੈ ਬਚਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਨਾ ਤੇ ਕੋਈ ਚੰਗੀ ਸੰਗਤ ਹੈ, ਨਾ ਮਿੱਠੇ ਬਚਨ ਹੀ ਬੋਲਦਾ ਹਾਂ। ਅਸੀਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਸਾਹਿਬ ਕਹਿਣ ਲੱਗੇ, ਜਪ ਤਪ ਸੰਜਮ ਧਰਮ ਨਾ ਕਮਾਇਆ। ਨਾ ਹੀ ਕੋਈ ਜਪ ਕੀਤਾ, ਨਾ ਹੀ ਤਪ ਕੀਤਾ, ਨਾ ਹੀ ਕੋਈ ਸੰਜਮ ਕਮਾਇਆ, ਨਾ ਹੀ ਕਿਸੇ ਧਰਮ ਨੂੰ ਕਮਾਉਣਾ ਕੀਤਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਸਾਹਿਬ ਕਹਿਣ ਲੱਗੇ, ਹੈ ਗੁਰੂ ਪਾਤਸ਼ਾਹ ਜੀ, ਤੁਹਾਡੀ ਸੇਵਾ ਵੀ ਨਹੀਂ ਕੀਤੀ, ਨਾ ਹੀ ਕੋਈ ਚੰਗਾ ਕਰਮ ਕੀਤਾ। ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਸਤਿਗੁਰੂ ਜੀ ਨਾਨਕ ਨਾਮ ਦੀ ਮੋਹਰ ਲਾ ਕੇ ਕਹਿਣ ਲੱਗੇ, ਸਾਡੇ ਇਹ ਨੀਚ ਕਰਮ ਨੇ, ਪਰ ਤੁਹਾਡਾ ਸੁਭਾਏ ਸ਼ਰਨ ਪਰੇ ਕੀ ਰੱਖੋ ਸ਼ਰਮਾ। ਜਿਹੜਾ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਤੁਸੀਂ ਸ਼ਰਨ ਪਏ ਦੀ ਇੱਜ਼ਤ ਰੱਖਦੇ ਹੋ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਜੇ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ, ਪੰਡਤ ਜਿਹੜੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਨੇ। ਮੇਰੇ ਸਤਿਗੁਰੂ ਜੀ ਦਾ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਜਿਹੜਾ ਵੀ ਸ਼ਰਨ ਦੇ ਵਿੱਚ ਆਉਂਦਾ ਹੈ, ਉਸ ਨੂੰ ਆਪਣੇ ਕੰਠ ਦੇ ਨਾਲ ਲਾਉਂਦੇ ਨੇ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਾਰੇ ਇੱਕ ਕਵੀ ਲਿਖਦਾ ਏ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਉਹ ਮਨ ਹੋੜੀਐ। ਬਾਹੇ ਸਾਡੀ ਬਾਹੇ ਜੰਨਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਉਹ ਕਹਿਣ ਲੱਗਾ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਫਿਰ ਜਿਹੜੀ ਬਾਂਹ ਫੜ ਲੈਣ, ਉਹਦੀ ਬਾਂਹ ਤੇ ਨਹੀਂ ਛੱਡਦੇ। ਆਪਣਾ ਸੀਸ ਜਿਹੜਾ ਹੈ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਕੁਰਬਾਨ ਕਰ ਦਿੰਦੇ ਨੇ, ਵਾਰ ਦਿੰਦੇ ਨੇ, ਸ਼ਹੀਦ ਤੇ ਹੋ ਜਾਂਦੇ ਨੇ। ਪਰ ਜਿਹਦੀ ਬਾਂਹ ਫੜ ਲੈਣ, ਉਹਦੀ ਬਾਂਹ ਨਹੀਂ ਛੱਡਦੇ। ਇਸੇ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਸਗਲ ਦੁਆਰ ਕਉ ਸਾੜਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਸਾਰੇ ਦੁਆਰਿਆਂ ਨੂੰ ਛੱਡ ਕੇ ਤੁਹਾਡੇ ਦਰ ਦਾ ਆਸਰਾ ਤੱਕਿਆ ਹੈ। ਤੇ ਜਿਹੜਾ ਫਿਰ ਇੱਕ ਦੇ ਦਰ ਦਾ ਆਸਰਾ ਤੱਕ ਲਵੇ, ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਦਾ ਮੈਂ ਆਸਰਾ ਤੱਕਿਆ ਹੈ, ਉਹ ਆਪਣਾ ਸੀਸ ਤੇ ਕੁਰਬਾਨ ਕਰ ਸਕਦਾ ਹੈ, ਉਹ ਫਿਰ ਮੇਰੀ ਬਾਂਹ ਨਹੀਂ ਛੱਡੇਗਾ। ਸਾਹਿਬ ਕਹਿਣ ਲੱਗੇ, ਨਾ ਕੁਲ ਢੰਗ ਨਾ ਮੀਠੇ ਬਹਿਣਾ, ਕਿਉਂਕਿ ਮਿੱਠੇ ਬਚਨ ਤੇ ਆਉਣੇ ਸੀ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ
ਉਹ ਕਦੇ ਨਾ ਬੋਲੇ ਕੌਰਾ। ਤੇ ਜਿਹੜੇ ਫਿਰ ਇਸ ਗੁਰੂ ਕੀ ਬਾਣੀ ਦੇ ਨਾਲ ਜੁੜ ਜਾਂਦੇ, ਸੇਵਾ ਦੇ ਨਾਲ ਜੁੜ ਜਾਂਦੇ, ਸਿਮਰਨ ਦੇ ਨਾਲ ਜੁੜ ਜਾਂਦੇ, ਉਹ ਵੀ ਫਿਰ ਜਿਹੜਾ ਹੈ ਕਿਸੇ ਨੂੰ ਮਾੜੇ ਬਚਨ ਕੌੜੇ ਬੋਲ ਨਹੀਂ ਬੋਲਦੇ, ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਸਭਨਾ ਮਨ ਮਾਨਕ ਠਾਹਣ ਮੂਲ ਮਚੰਗਵਾ। ਜੇ ਤਉ ਪਿਰਿਆ ਦੀ ਸਿੱਕ ਹਿਆਓ ਨਾ ਠਾਹੇ ਕਹੀਦਾ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਉਹਨਾਂ ਦੇ ਅੰਦਰ ਵੀ ਮਿੱਠੇ ਬਚਨ ਬੋਲਦੇ ਨੇ, ਉਹ ਵੀ ਫਿਰ ਕਿਸੇ ਦਾ ਦਿਲ ਨਹੀਂ ਦਿਖਾਉਂਦੇ। ਪਰ ਇਹ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ, ਨਾ ਕੋਈ ਢੰਗ ਨਾ ਮਿੱਠੇ ਬਹਿਣਾ, ਨਾ ਹੀ ਕੋਈ ਮੱਠੇ ਬਚਨ ਨੇ। ਕਿਉਂਕਿ ਸਤਿਗੁਰੂ ਜੀ ਕਹਿਣ ਲੱਗੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਆ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹ ਸੁੱਟੀਐ ਮੋਹਿ ਥੁੱਕਾ ਫਿੱਕੇ ਪਾਏ। ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਸਭ ਕਹਿਣ ਲੱਗੇ ਫਿੱਕੇ ਬਚਨ ਬੋਲਣ ਦੇ ਨਾਲ ਤਨ ਵੀ ਫਿੱਕਾ ਹੋ ਜਾਂਦਾ ਹੈ ਤੇ ਮਨ ਵੀ ਫਿੱਕਾ ਹੋ ਜਾਂਦਾ ਹੈ। ਨਾ ਕੁਲ ਢੰਗ ਨਾ ਮਿੱਠੇ ਬਹਿਣਾ। ਸਭ ਕਹਿਣ ਲੱਗੇ ਨਾ ਤੇ ਕੋਈ ਚੰਗੀ ਸੰਗਤ ਹੈ, ਨਾ ਕੋਈ ਚੰਗੀ ਕੁਲ ਹੈ, ਨਾ ਮਿੱਠੇ ਬਚਨ ਹੀ ਬੋਲਦੇ ਹਾਂ। ਰਹਾਉ, ਰਹਾਉ ਦਾ ਅਰਥ ਹੈ ਠਹਿਰਾਓ। ਸਹਿਜ ਸ਼ਿਗਾਰ ਕਾਮਨ ਕਰ ਆਵੈ। ਕਾਮਨ ਦਾ ਅਰਥ ਹੈ ਇਸਤਰੀ। ਸਹਿਜ ਸ਼ਿਗਾਰ ਭਾਵ ਆਤਮਕ ਜੀਵਨ ਵਾਲੇ ਸ਼ਿੰਗਾਰ ਜੇ ਕੋਈ ਇਸਤਰੀ ਕਰ ਲਵੇ ਤੇ ਉਹਨੂੰ ਕੀ ਮਿਲਦਾ ਹੈ? ਤਾ ਸੁਹਾਗਣ ਜਾਂ ਕੰਤੈ ਭਾਵੈ। ਉਹ ਫਿਰ ਇਸਤਰੀ ਸੁਹਾਗਣ ਹੋ ਜਾਂਦੀ ਹੈ ਜਿਹੜੀ ਕੰਤੈ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ। ਨਾ ਤਿਸ ਰੂਪ ਨਾ ਦੇਖਿਆ ਕਾਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਉਹ ਇਸਤਰੀ ਚੰਗੀ ਲੱਗਦੀ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੀ ਲੱਗ ਜਾਵੇ, ਉਹ ਸੁਹਾਗਣ ਹੁੰਦੀ ਹੈ। ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖਾ ਹੈ। ਅਸੀਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਜੈ। ਸਤਿਗੁਰੂ ਜੀ ਕਹਿਣ ਲੱਗੇ ਨਾ ਤੇ ਉਹਦਾ ਕੋਈ ਰੂਪ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹ ਬਚਨ ਕੀਤਾ, ਉੱਥੇ ਹੀ ਸਾਹਿਬ ਨੇ ਮੂਲ ਮੰਤਰ ਦੀ ਬਖਸ਼ਿਸ਼ ਕੀਤੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਭ ਕਹਿਣ ਲੱਗੇ ਜਿਹੜਾ ਇੱਕ ਹੈ ਨਾ ਉਹ ਸੱਚਾ ਹੈ, ਆਪਣੇ ਆਪ ਤੋਂ ਉਹਦਾ ਪ੍ਰਕਾਸ਼ ਹੈ, ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ। ਉਹਦਾ ਕਿਸੇ ਨਾਲ ਕੋਈ ਵੈਰ ਨਹੀਂ, ਕਿਸੇ ਤੋਂ ਉਸ ਨੂੰ ਕੋਈ ਕਿਸੇ ਪ੍ਰਕਾਰ ਦਾ ਵੀ ਡਰ ਨਹੀਂ। ਪਰ ਡਰ ਉਹਨਾਂ ਨੂੰ ਹੋਇਆ ਕਰਦਾ ਹੈ ਤਿਸਕਾ ਸ਼ਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ। ਡਰ ਤੇ ਵੈਰ ਉਹਨਾਂ ਦੇ ਨਾਲ ਹੁੰਦਾ ਹੈ ਜਿਨ੍ਹਾਂ ਦਾ ਕੋਈ ਸ਼ਰੀਕ ਹੋਵੇ, ਪਰ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਸ਼ਰੀਕ ਨਹੀਂ। ਸਭ ਕਹਿਣ ਲੱਗੇ ਨਾ ਤੇ ਸਰੂਪ ਨਾ ਰੇਖਿਆ ਕਾਈ। ਨਾ ਉਹਦਾ ਕੋਈ ਰੂਪ ਹੈ, ਨਾ ਉਹਦੀ ਕੋਈ ਰੇਖਾ ਹੈ। ਕਾਈ ਦਾ ਅਰਥ ਹੈ ਕਿਹੋ ਜਿਹਾ ਹੈ? ਅੰਤ ਨਾ ਸਾਹਿਬ ਸਿਮਰਿਆ ਜਾਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਜਦੋਂ ਤੇਰਾ ਅੰਤ ਸਮਾਂ ਆ ਗਿਆ ਸਿੱਖਾ ਮਨੁੱਖਾ, ਫਿਰ ਨਾ ਸਾਹਿਬ ਸਿਮਰਿਆ ਜਾਈ। ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਚੇਤੇ ਨਹੀਂ ਕਰ ਸਕੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਹੁਣ ਤੇਰੇ ਕੋਲ ਸਮਾਂ ਹੈ। ਕਿਸ ਤਰ੍ਹਾਂ ਸਮਾਂ ਹੈ? ਚੇਤਨਾ ਹੈ ਤਾਂ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਸਿਨ ਸਿਨ ਔਦ ਬਿਹਾਤ ਹੈ ਫੂਟੈ ਘਟ ਜਿਉ ਪਾਨੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਜਿਵੇਂ ਘੜਾ ਹੁੰਦਾ ਹੈ ਨਾ, ਘੜੇ ਦੇ ਵਿੱਚ ਪਾਣੀ ਭਰਿਆ ਜਾਂਦਾ ਹੈ, ਪਰ ਪਾਣੀ ਜਿਹੜਾ ਹੈ ਉਹਦੇ ਵਿੱਚੋਂ ਸਿਮ ਕੇ ਜਿਹੜਾ ਹੈ ਇੱਕ ਦਿਨ ਉਹ ਘੜਾ ਜਿਹੜਾ ਹੈ ਉਹ ਪਾਣੀ ਤੋਂ ਸਖਣਾ ਹੋ ਜਾਂਦਾ ਹੈ, ਖਾਲੀ ਹੋ ਜਾਂਦਾ ਹੈ। ਸਹਿਬ ਕਹਿਣ ਲੱਗੇ ਇਸੇ ਤਰ੍ਹਾਂ ਤੇਰਾ ਇਹ ਸਰੀਰ ਰੂਪੀ ਘੜਾ ਹੈ, ਇਹਦੇ ਵਿੱਚ ਸਵਾਸਾਂ ਰੂਪੀ ਪਾਣੀ ਪਿਆ ਹੈ। ਇੱਕ ਇੱਕ ਸਵਾਸ ਕਰਕੇ ਉਹ ਜਿਹੜਾ ਪਾਣੀ ਹੈ, ਸਵਾਸ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ, ਨਿਕਲਦੇ ਜਾ ਰਹੇ ਨੇ। ਜਦੋਂ ਤੂੰ ਇਸ ਤਰ੍ਹਾਂ ਉਸ ਨੂੰ ਨਾ ਜਪਿਆ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਸਿਨ ਸਿਨ ਔਦ ਬਿਹਾਤ ਹੈ ਫੂਟੈ ਘਟ ਜਿਉ ਪਾਨੀ। ਸਾਹਿਬ ਕਹਿਣ ਲੱਗੇ ਸਵਾਸ ਸਵਾਰ ਕਰਕੇ ਜਿਹੜੀ ਤੇਰੀ ਉਮਰ ਹੈ ਨਾ ਉਹ ਬੀਤਦੀ ਜਾ ਰਹੀ ਹੈ।
ਕਿਉਂਕਿ ਅਸੀਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਸਾਹਿਬ ਕਹਿਣ ਲੱਗੇ ਗੁਰੂ ਦੀ ਸੇਵਾ ਕਰਨ ਵਾਸਤੇ ਤੇ ਭਗਤੀ ਕਰਨ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ, ਮਨੁੱਖਾ ਦੇਹੀ ਮਿਲੀ ਹੈ। ਤੇ ਸਾਹਿਬ ਕਹਿਣ ਲੱਗੇ ਆਵੇ ਅੰਤ ਨਾ ਭਜਿਆ ਜਾਏ। ਜਦੋਂ ਤੇਰਾ ਅੰਤ ਸਮਾਂ ਆ ਗਿਆ ਫਿਰ ਤੇਥੋਂ ਯਾਦ ਨਹੀਂ ਕੀਤਾ ਜਾਣਾ। ਫਿਰ ਤੇਰੀ ਹਾਲਤ ਇਹ ਹੋ ਜਾਵੇਗੀ, ਚੱਲੇ ਜੁਆਰੀ ਦੋਏ ਹੱਥ ਝਾਰ। ਸਾਹਿਬ ਕਹਿਣ ਲੱਗੇ ਹੁਣ ਤੇਰੇ ਕੋਲ ਸਮਾਂ ਹੈ, ਹੁਣ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਆ ਕਰ। ਜਦੋਂ ਤੂੰ ਗੁਣ ਗਾਵੇਂਗਾ ਨਾ ਫਿਰ ਤੇਰਾ ਇਹ ਸਰੀਰ ਜਿਹੜਾ ਹੈ ਉਹ ਪ੍ਰਵਾਨ ਹੋ ਜਾਵੇਗਾ। ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ। ਜਿਸ ਨੂੰ ਸਤਿਗੁਰੂ ਜੀ ਕਹਿਣ ਲੱਗੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਪਰ ਸਾਡਾ ਸੰਸਾਰੀ ਲੋਕਾਂ ਦਾ ਚਿੱਤ ਜਿਹੜਾ ਹੈ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ। ਸਾਡਾ ਚਿੱਤ ਜਿਹੜਾ ਹੈ ਉਹ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ। ਜਦੋਂ ਸੰਸਾਰ ਦੇ ਨਾਲੋਂ ਚਿੱਤ ਜੋੜਾਂਗੇ ਨਾ, ਸੰਸਾਰ ਦੇ ਨਾਲੋਂ ਚਿੱਤ ਤੋੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਿਰੰਕਾਰ ਦੇ ਨਾਲ ਜੋੜਾਂਗੇ। ਇਸ ਨੂੰ ਭਗਤ ਜੀ ਕਹਿਣ ਲੱਗੇ ਆਪਣ ਲੋਗ ਕੁਟੰਬ ਸਭ ਹੋ ਤੇ ਤੋਰੈ, ਤਉ ਆਪਨ ਬੇਡੀ ਆਵੈ ਹੋ ਰੀ ਬਾਈ, ਬੇਡੀ ਦੇਨ ਨਾ ਜਾਈ, ਦੇਖ ਬੇਡੀ ਰਹਿਓ ਸਮਾਈ। ਭਗਤ ਜੀ ਕਹਿਣ ਲੱਗੇ ਜਦੋਂ ਤੂੰ ਲੋਕਾਂ ਦੇ ਨਾਲੋਂ ਸੰਸਾਰ ਦੇ ਨਾਲੋਂ ਪ੍ਰੀਤ ਤੋੜ ਲਵੇਂਗਾ, ਨਿਰੰਕਾਰ ਦੇ ਨਾਲ ਜੋੜ ਲਵੇਂਗਾ, ਫਿਰ ਅਕਾਲ ਪੁਰਖ ਵਾਹਿਗੁਰੂ ਤੇਰਾ ਵੀ ਜਿਹੜਾ ਹੈ ਤੇਰੇ ਹਿਰਦੇ ਦੇ ਵਿੱਚੋਂ ਹੀ ਪ੍ਰਗਟ ਹੋ ਜਾਵੇਗਾ। ਸਾਹਿਬ ਕਹਿਣ ਲੱਗੇ ਇਸ ਕਰਕੇ ਤੇਰੇ ਕੋਲ ਸਮਾਂ ਹੈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਿਆ ਕਰ। ਜੇ ਯਾਦ ਕਰੇਗਾ ਤਾਂ ਵੀ ਤੇਰਾ ਫਾਇਦਾ, ਜੇ ਨਾ ਕਰੇਗਾ ਤਾਂ ਵੀ ਤੇਰਾ ਨੁਕਸਾਨ ਹੈ। ਜੇ ਨਾ ਯਾਦ ਕਰਾਂਗੇ ਤੇ ਸਾਹਿਬ ਕਹਿਣ ਲੱਗੇ ਕੀ ਹੋਵੇਗਾ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਆਵਣ ਜਾਣ ਇੱਕ ਖੇਲ ਬਣਾਇਆ, ਇਸ 84 ਲੱਖ ਦੇ ਚੱਕਰ ਦੇ ਵਿੱਚ ਫਿਰ ਜਿਹੜਾ ਹੈ ਉਹ ਪੈ ਜਾਵਾਂਗੇ। ਸਾਹਿਬ ਕਹਿਣ ਲੱਗੇ ਅੰਤ ਨਾ ਸਾਹਿਬ ਸਿਮਰਿਆ ਜਾਏ। ਜਦੋਂ ਸਮਾਂ ਨੇੜੇ ਆ ਗਿਆ, ਅੰਤ ਵੇਲਾ ਆ ਗਿਆ, ਫਿਰ ਤੇਥੋਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਜਾਣਾ। ਸੁਰਤ ਮਤ ਨਾ ਹੀ ਚਤੁਰਾਈ। ਸਤਿਗੁਰੂ ਜੀ ਕਹਿਣ ਲੱਗੇ ਨਾ ਕੋਈ ਚੰਗੀ ਮਤ ਹੈ, ਨਾ ਚੰਗੀ ਸੁਰਤ ਹੈ, ਨਾ ਕੋਈ ਚੰਗਾ ਕਾਰ ਵਿਹਾਰ ਹੈ, ਨਾ ਕੋਈ ਚੰਚਲ ਚਤੁਰਾਈ ਹੈ। ਕਿਉਂਕਿ ਅਸੀਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਇਹ ਮਨ ਚੰਚਲਾ ਚਤੁਰਾਈ ਕਨ ਨਾ ਪਾਇਆ, ਚਤੁਰਾਈ ਨਾ ਪਾਇਆ ਕਹਿਣਾ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਸਾਹਿਬ ਕਹਿਣ ਲੱਗੇ ਨਾ ਕੋਈ ਚੰਗੀ ਮਤ ਹੈ, ਕਿਉਂਕਿ ਆ ਕੇ ਇਹ ਬੇਨਤੀ ਕਰਿਆ ਕਰੀਏ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਪਲ ਹੈ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। हे ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਮਰੱਥ ਜੇ, ਵੱਡੇ ਹੋ, ਪਰ ਸਾਡੀ ਜੀਵਾਂ ਦੀ ਮਤ ਥੋੜੀ ਹੈ। ਪਰ ਤੇਰਾ ਸੁਭਾਏ ਪਾਲੇ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਤੂੰ ਅਕਿਰਤ ਘਣਾ ਨੂੰ ਵੀ ਰੋਜੀ ਦਿੰਦਾ ਪਿਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਦੀਨਨ ਕੀ ਪ੍ਰਤਿਪਾਲ ਕਰੈ, ਨਿਤ ਸੰਤੋ ਬਾਰ ਗਣੀ ਮਨ ਗਾਰੈ, ਪਸ ਪਸ਼ੂ ਨਗ ਨਾਗ ਨਰਾਧਪ, ਸਰਬ ਸਮੈ ਸਭ ਕੋ ਪ੍ਰਤਿਪਾਰੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾਰੇ। ਸਾਹਿਬ ਕਹਿਣ ਲੱਗੇ ਇਹ ਜੀਵ ਤੇਰੇ ਉਹ ਦੋਸ਼ਾਂ ਨੂੰ ਵੇਖਦਾ ਪਿਆ ਏ, ਪਰ ਤਾਂ ਵੀ ਕਿੱਡਾ ਜਿਹੜਾ ਹੈ ਪਰਉਪਕਾਰੀ ਹੈ। ਤੇਰੇ ਦੋਸ਼ਾਂ ਨੂੰ ਵੇਖਦਾ ਹੋਇਆ ਤਾਂ ਵੀ ਤੈਨੂੰ ਜਿਹੜੀ ਰੋਜੀ ਹੈ, ਰੋਟੀ ਜਿਹੜੀ ਹੈ ਉਹ ਦਿੰਦਾ ਪਿਆ ਹੈ। ਸਾਹਿਬ ਕਹਿਣ ਲੱਗੇ ਸੁਰਤ ਮਤ ਨਾ ਹੀ ਚਤੁਰਾਈ, ਨਾ ਤੇ ਕੋਈ ਚੰਗੀ ਸਿਆਣਪ ਹੈ, ਨਾ ਕੋਈ ਚੰਗੀ ਮਤ ਹੈ। ਕਿਉਂਕਿ ਸਾਹਿਬ ਨੇ ਬਖਸ਼ਿਸ਼ ਕੀਤੀ ਚਤੁਰਾਈ ਸਿਆਣਪਾ, ਕਿਤੇ ਕਾਮ ਨਾ ਆਈਐ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਸਾਹਿਬ ਕਹਿਣ ਲੱਗੇ ਚਤੁਰਾਈ ਤੇ ਸਿਆਣਪਾ ਜਿਹੜੀਆਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀਆਂ। ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਵੈ ਆਈਐ, ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਸਾਹਿਬ ਕਹਿਣ ਲੱਗੇ ਜਿਹੜੀ ਕੋਈ ਤਰੁੱਠ ਕੇ ਸਾਹਿਬ ਦਾਤ ਦੇਵੇ ਨਾ, ਉਹਦੇ ਵਿੱਚ ਹੀ ਜੀਵ ਨੂੰ ਸੁਖ ਮੰਨਣਾ ਚਾਹੀਦਾ ਹੈ। ਪਰ ਜੀਵ ਦੀ ਹਾਲਤ ਹੈ ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕਉ ਕੀਜੈ ਸਦ ਨਮਸਕਾਰਾ।
ਜੀਵ ਦੀ ਹਾਲਤ ਇਹ ਆ, 10 ਵਸਤੂ ਲੈ ਪਾਸੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਭੀ ਨਾ ਦੇ 10 ਭੀਹਰ ਲੈ। ਸਾਹਿਬ ਕਹਿਣ ਲੱਗੇ ਜਿਹੜੀਆਂ 10 ਚੀਜ਼ਾਂ ਤੈਨੂੰ ਦਿੱਤੀਆਂ ਨੇ ਉਹ 11ਵੀਂ ਇੱਕ ਚੀਜ਼ ਨਾ ਵੀ ਦੇਵੇ, ਜਿਹੜੀਆਂ 10 ਦਿੱਤੀਆਂ ਨੇ ਉਹ ਵੀ ਖੋਹ ਲਵੇ। 10 ਵਸਤੂ ਲੈ ਪਾਸੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਭੀ ਨਾ ਦੇ 10 ਭੀਹਰ ਲੈ, ਤਉ ਮੂੜਾ ਕਹੋ ਕਹ ਕਰੇ। ਸਾਹਿਬ ਕਹਿਣ ਲੱਗੇ ਮੂਰਖਾ ਫਿਰ ਤੂੰ ਕੀ ਕਰੇਗਾ, ਇੱਕ ਕਾਰਜ ਕਰਿਆ ਕਰ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕਉ ਕੀਜੈ ਸਦ ਨਮਸਕਾਰਾ। ਜਿਹਦੇ ਨਾਲ ਕੋਈ ਚਾਰਾ ਨਹੀਂ ਚੱਲਦਾ ਪਿਆ ਉਹਨੂੰ ਤੇ ਨਮਸਕਾਰ ਕਰਨੀ ਬਣਦੀ ਹੈ। ਸਾਹਿਬ ਕਹਿਣ ਲੱਗੇ ਸੁਰਤ ਮਤ ਨਾ ਹੀ ਚਤੁਰਾਈ, ਨਾ ਕੋਈ ਚੰਗੀ ਮਤ ਹੈ, ਨਾ ਉੱਚੀ ਸੁਰਤ ਹੈ, ਨਾ ਹੀ ਕੋਈ ਚਤੁਰਾਈ ਸਿਆਣਪ ਜਿਹੜੀ ਹੈ ਉਹ ਤੇਰੇ ਦਰ ਤੇ ਕੰਮ ਆਉਂਦੀ ਹੈ। ਕਰ ਕਿਰਪਾ ਪ੍ਰਭ ਲਾਭ ਹੋ ਪਾਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਹੈ ਅਕਾਲ ਪੁਰਖ ਵਾਹਿਗੁਰੂ ਜੀ, ਕਿਰਪਾ ਕਰਕੇ ਪ੍ਰਭ ਲਾਭ ਹੋ ਪਾਈ। ਪ੍ਰਭ ਦਾ ਅਰਥ ਹੈ ਪਰਮਾਤਮਾ, ਲਾਭ ਹੋ ਦਾ ਅਰਥ ਹੈ ਲਾਉਣਾ ਕਰੋ, ਪਾਈ ਦਾ ਅਰਥ ਹੈ ਪੈਰਾਂ ਦੇ ਨਾਲ, ਚਰਨਾਂ ਦੇ ਨਾਲ। ਸਾਹਿਬ ਕਹਿਣ ਲੱਗੇ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰ ਹੋ ਕਈ। ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ, ਨਾ ਤੇ ਸਾਡੇ ਕਿਸੇ ਗੁਣ ਦੀ ਵਿਚਾਰ ਕਰੋ, ਨਾ ਕਿਸੇ ਸਾਡੇ ਅਵਗਣ ਦੀ ਵਿਚਾਰ ਕਰੋ, ਕਿਉਂਕਿ ਸਾਡਾ ਸੁਭਾਅ ਹੈ ਹਮਰੀ ਗਣਤ ਨਾ ਗਣੀਆਂ ਕਾਈ। ਆਪਣਾ ਬਿਰਦ ਪਛਾਣ ਇਹ ਤੇਰਾ ਸੁਭਾਅ ਹੈ। ਜੇ ਤੁਸੀਂ ਸਾਡੇ ਕਰਮਾਂ ਦਾ ਲੇਖਾ ਲਿਖਣ ਲੱਗੇ, ਕਰਮਾਂ ਦਾ ਲੇਖਾ ਵੇਖਣ ਲੱਗੇ ਤੇ ਸਾਡੀ ਹਾਲਤ ਇਹ ਹੈ, ਲੇਖਾ ਕਤ ਹੈ ਨਾ ਸੂਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਸਾਹਿਬ ਕਹਿਣ ਲੱਗੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਕਰੋ। ਖਰੀ ਸਿਆਣੀ ਕੰਤ ਨਾ ਭਾਣੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਖਰੀ ਦਾ ਅਰਥ ਹੈ ਬਹੁਤ, ਸਿਆਣੀ ਦਾ ਅਰਥ ਹੈ ਸੰਸਾਰ ਦੇ ਵਿੱਚ ਚੰਗੇ ਕਾਰ ਵਿਹਾਰ ਕਰਦੀ ਹੋਵੇ, ਪਰ ਜੀਵ ਇਸਤਰੀ ਜਿਹੜੀ ਸੰਸਾਰ ਦੇ ਵਿੱਚ ਤੇ ਸਿਆਣੀ ਹੋਵੇ ਪਰ ਉਹ ਕੰਤ ਨੂੰ ਨਹੀਂ ਪਾਉਂਦੀ, ਕੰਤ ਨੂੰ ਚੰਗੀ ਨਹੀਂ ਲੱਗਦੀ, ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਸਾਹਿਬ ਕਹਿਣ ਲੱਗੇ ਮਾਇਆ ਲਾਗੀ ਭਰਮ ਭੁਲਾਣੀ। ਉਹ ਮਾਇਆ ਦੇ ਵਿੱਚ ਜੁੜ ਕਰਕੇ, ਮਾਇਆ ਕੀ ਹੈ, ਅਸੀਂ ਕਿਸੇ ਵੇਲੇ ਪੈਸੇ ਨੂੰ ਮਾਇਆ ਕਹਿ ਦਿੰਦੇ ਹਾਂ। ਸਾਹਿਬ ਕਹਿਣ ਲੱਗੇ ਕਿ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਸਾਰਾ ਕੁਝ ਹੀ ਮਾਇਆ ਦੇ ਰੂਪ ਦੇ ਵਿੱਚ ਆ ਜਾਂਦਾ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਵਿਸਰ ਜਾਂਦਾ ਹੈ। ਜਦੋਂ ਵਿਸਰਿਆ ਹੈ ਫਿਰ ਸੰਸਾਰ ਦੇ ਲੋਕ ਵੀ ਮਾਇਆ ਦੀ ਤਰ੍ਹਾਂ ਹੈ, ਫਿਰ ਪੁੱਤਰ ਧੀਆਂ ਵੀ ਇੱਕ ਮਾਇਆ ਦੀ ਤਰ੍ਹਾਂ ਨੇ। ਤੇ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਚੇਤੇ ਆਉਂਦਾ ਹੈ ਤੇ ਸਾਹਿਬ ਕਹਿਣ ਲੱਗੇ ਫਿਰ ਇਹ ਪੁੱਤਰ ਧੀਆਂ ਵੀ ਉਹਦੀਆਂ ਦਾਤਾਂ ਜਾਣ ਕੇ ਇਹਨਾਂ ਨੂੰ ਪਾਲਦਾ ਪਿਆ ਹੈ, ਇਹਨਾਂ ਦੇ ਨਾਲ ਨੇਹ ਕਰਦਾ ਹੈ। ਸਾਹਿਬ ਕਹਿਣ ਲੱਗੇ ਮਾਇਆ ਲਾਗੀ ਭਰਮ ਭੁਲਾਣੀ। ਉਹ ਭਰਮ ਦੇ ਵਿੱਚ ਭੁੱਲੀ ਹੋਈ ਹੈ। ਭਰਮ ਕੀ ਹੈ? ਆ ਜੱਗ ਮਿੱਠਾ ਅਗਲਾ ਕਿਨ ਡਿੱਠਾ। ਜੋ ਵੀ ਸੰਸਾਰ ਦੇ ਵਿੱਚ ਵੇਖਦੇ ਪਏ ਆ ਇਹੋ ਕੁਝ ਸੱਚ ਹੈ, ਪਰ ਸਾਹਿਬ ਕਹਿਣ ਲੱਗੇ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਾ ਕਾਲ। ਜੋ ਵੀ ਚੀਜ਼ ਤੈਨੂੰ ਦਿਖਾਈ ਦਿੰਦੀ ਹੈ ਨਾ, ਜੋ ਵੀ ਚੀਜ਼ ਪੈਦਾ ਹੋਈ ਹੈ, ਜਿਹੜੀ ਚੀਜ਼ ਉਪਜੀ ਹੈ ਉਹਨੇ ਬਿਨਸਣਾ ਜ਼ਰੂਰ ਹੈ। ਇੱਥੋਂ ਤੱਕ ਕਿ ਜਿਹੜਾ ਇਹ ਤੈਨੂੰ ਤਨ ਮਿਲਿਆ ਏ ਇਹਨੇ ਵੀ ਇੱਕ ਦਿਨ ਜਿਹੜਾ ਹੈ ਨਾਸ਼ ਹੋ ਜਾਣਾ ਹੈ। ਸਾਹਿਬ ਕਹਿਣ ਲੱਗੇ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ। ਰੇ ਬੌਰੇ ਤੋਹਿ ਘਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਸਾਹਿਬ ਕਹਿਣ ਲੱਗੇ ਇਹ ਮੂਰਖਾ, ਇਹ ਬੌਰੇ ਮਨੁੱਖ, ਤੈਨੂੰ ਫਿਰ ਕਿਸੇ ਨੇ ਵੀ ਆਪਣੇ ਘਰ ਦੇ ਵਿੱਚ ਨਹੀਂ ਰੱਖਣਾ। ਤੂੰ ਇੱਕ ਕਾਰਜ ਕਰਿਆ ਕਰ, ਤੂੰ ਰਾਮ ਨਾਮ ਜਪ ਸੋਈ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ ਕਰ। ਸਾਹਿਬ ਕਹਿਣ ਲੱਗੇ ਮਾਇਆ ਲਾਗੀ ਭਰਮ ਭੁਲਾਣੀ। ਭਰਮ ਦੇ ਵਿੱਚ ਮਨੁੱਖ ਭੁੱਲਿਆ ਫਿਰਦਾ ਹੈ। ਭਰਮ ਕੀ ਹੈ? ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਸਤ ਰਾਜ ਬਿਸਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਸਾਹਿਬ ਕਹਿਣ ਲੱਗੇ ਜੀਵ ਮਾਇਆ ਦੇ ਮਗਰ ਲੱਗ ਕੇ ਭਰਮ ਦੇ ਵਿੱਚ ਭੁੱਲਾ ਫਿਰਦਾ ਹੈ। ਇੱਕ ਭਰਮ ਭੁੱਲੇ ਫਿਰ ਹੈ ਦਹ ਦਿਸ, ਇੱਕ ਨਾਮ ਲਾਗ ਸਵਾਰਿਆ। ਸਾਹਿਬ ਕਹਿਣ ਲੱਗੇ ਕਈ ਜੀਵ ਉਹ ਨੇ ਜਿਹੜੇ ਭਰਮ ਦੇ ਵਿੱਚ ਭੁੱਲੇ ਫਿਰਦੇ ਨੇ ਤੇ ਦਸਾਂ ਦਸਾਂ ਦੇ ਵਿੱਚ ਭਟਕਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸਹੂ ਦਿਸ ਧਾਵਤ, ਆਸਾ ਲਾਗਿਓ ਧਨ ਕੀ, ਸੁਖ ਕਾ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰ ਹੈ ਦੁਆਰ,
स्वान जो डोलत नह सुध राम भजन की, नानक हर जस क्यों नहीं गावत, कुमत बिनासै तन की। ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਮਨੁੱਖ ਕਹਿੰਦਾ ਏ ਕਿ ਮੈਨੂੰ ਸੁਖ ਮਿਲ ਜਾਵੇ, ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਪਰ ਤੈਨੂੰ ਇੱਕ ਗੱਲ ਦੀ ਸਮਝ ਆ ਜਾਵੇਗੀ, ਜੇ ਤੂੰ ਬਾਣੀ ਦੇ ਨਾਲ ਜੁੜੇਗਾ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸਹਿ ਚਚਾਰ। ਜੇ ਦੁੱਖ ਆਇਆ ਹੈ ਤੇ ਇਹ ਵੀ ਤੇਰੇ ਕਰਮਾਂ ਕਰਕੇ ਹੈ, ਜੇ ਸੁੱਖ ਆਇਆ ਹੈ ਤੇ ਇਹ ਵੀ ਤੇਰੇ ਕਰਮਾਂ ਕਰਕੇ ਹੈ। ਪਰ ਇੱਕ ਗੱਲ ਜ਼ਰੂਰ ਹੈ, ਜਿਹੜੇ ਫਿਰ ਸੰਗਤ ਕਰਦੇ ਨੇ ਉਹਨਾਂ ਦੇ ਦੁੱਖ ਵੀ ਜਿਹੜੇ ਨੇ ਸੂਲੀ ਤੋਂ ਸੂਲ ਬਣ ਕੇ ਕੱਟੇ ਜਾਂਦੇ ਨੇ। ਪਰ ਜਿਹੜੇ ਸੰਗਤ ਨਹੀਂ ਕਰਦੇ, ਬਾਣੀ ਦੇ ਨਾਲ ਨਹੀਂ ਜੁੜਦੇ, ਸੇਵਾ ਦੇ ਨਾਲ ਨਹੀਂ ਜੁੜਦੇ, ਸਿਮਰਨ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਸਾਹਿਬ ਕਹਿਣ ਲੱਗੇ ਫਿਰ ਉਹਨਾਂ ਦੇ ਜਿਹੜੇ ਸੁੱਖ ਨੇ ਨਾ ਉਹ ਵੀ ਦੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਹਉਮੈ ਜਾਈ ਤਾਂ ਕੰਤ ਸਮਾਈ। ਸਤਿਗੁਰੂ ਜੀ ਕਹਿਣ ਲੱਗੇ ਜਦੋਂ ਮਨੁੱਖ ਦੇ ਅੰਦਰੋਂ ਹਉਮੈ ਚਲੀ ਜਾਂਦੀ ਹੈ ਨਾ, ਹਉਮੈ ਦੂਰ ਹੋ ਜਾਂਦੀ ਹੈ, ਉਦੋਂ ਇਹ ਜੀਵ ਜਿਹੜਾ ਹੈ ਕੰਤ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ। ਤੇ ਹਉਮੈ ਕੀ ਹੈ? ਹਉ ਹਉ ਭੀਤ ਭਇਓ ਹੈ ਬੀਚੋ, ਸੁਣਤ ਦੇਸ ਨਿਕਟਾਇਓ, ਭਾਂਬੀਰੀ ਕੇ ਪਾਤ ਪਰਡੋ ਬਿਨ ਪੇਖੇ ਦੂਰ ਆਇਓ। ਹਉਮੈ ਕੀ ਹੈ? ਹਉ ਹਉ ਮੈਂ ਵਿੱਚ ਹੋਵੈ, ਦੂਜਾ ਮੇਟਾ ਇੱਕ ਹੋਵੈ। ਸਾਹਿਬ ਕਹਿਣ ਲੱਗੇ ਇਹ ਵੀ ਇੱਕ ਤਰ੍ਹਾਂ ਦੀ ਹਉਮੈ ਰੋਗ ਮਾਨੁਖ ਕਉ ਦੀਨਾ। ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਹਉਮੈ ਦਾ ਰੋਗ ਦਿੱਤਾ ਹੈ। ਜਦੋਂ ਤੇ ਕਿਸੇ ਅਹੁਦੇ ਤੇ ਬਿਰਾਜਮਾਨ ਹੋਵੇ, ਕੋਈ ਅਹੁਦਾ ਮਿਲਿਆ ਹੋਵੇ, ਜਿੱਥੇ ਵੀ ਜਾਵੇ ਜਿਹੜੇ ਅਹੁਦੇ ਤੇ ਬੈਠਾ ਹੈ ਉਹ ਅਹੁਦੇ ਦਾ ਨਾਂ ਲਿਆ ਜਾਵੇ ਤੇ ਇੱਥੇ ਵੀ ਜੀਵ ਆਪਣੀ ਹੱਤਕ ਮੰਨਦਾ ਹੈ। ਤੇ ਜਦੋਂ ਉਸ ਅਹੁਦੇ ਤੋਂ ਰਿਟਾਇਰ ਹੋ ਜਾਂਦਾ ਹੈ, ਫਿਰ ਵੀ ਜੇ ਸਾਬਕਾ ਨਾ ਕਿਹਾ ਜਾਵੇ ਤੇ ਉਦੋਂ ਵੀ ਜਿਹੜਾ ਹੈ ਹੱਤਕ ਮੰਨਦਾ ਹੈ। ਸਾਹਿਬ ਕਹਿਣ ਲੱਗੇ ਇਹ ਹਉਮੈ ਦਾ ਰੋਗ ਮਨੁੱਖ ਨੂੰ ਦਿੱਤਾ ਹੋਇਆ ਹੈ। ਤੇ ਜਦੋਂ ਹਉਮੈ ਜਾਈ ਤਾਂ ਕੰਤ ਸਮਾਈ, ਹਉਮੈ ਦੂਰ ਹੋ ਜਾਵੇ ਤੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਕਿਉਂਕਿ ਅਸੀਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇੱਕ ਠਾਏ। ਹਉਮੈ ਦਾ ਤੇ ਨਾਮ ਦਾ ਆਪਸ ਦੇ ਵਿੱਚ ਬੜਾ ਵੱਡਾ ਵਿਰੋਧ ਹੈ। ਜਿੰਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਉਹਨਾਂ ਚਿਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੀਵ ਦੇ ਅੰਦਰ ਨਹੀਂ ਵਸਦਾ। ਪਰ ਜਦੋਂ ਹਉਮੈ ਨਿਕਲ ਜਾਂਦੀ ਹੈ ਫਿਰ ਨਾਮ ਜਿਹੜਾ ਹੈ ਜੀਵ ਦੇ ਅੰਦਰ ਵਸ ਜਾਂਦਾ ਹੈ। ਸਾਹਿਬ ਕਹਿਣ ਲੱਗੇ ਹਉਮੈ ਜਾਈ ਤਾਂ ਕੰਤ ਸਮਾਈ, ਉਹ ਫਿਰ ਕੰਤ ਦੇ ਵਿੱਚ ਅਭੇਦ ਹੋ ਜਾਂਦੀ ਹੈ। ਤਉ ਕਾਮਨ ਪਿਆਰੇ ਨਵ ਨਿਧ ਪਾਈ। ਕਾਮਨ ਦਾ ਅਰਥ ਹੈ ਇਸਤਰੀ, ਪਿਆਰੇ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ, ਨਵਨਿਧ ਦਾ ਅਰਥ ਹੈ 9 ਨਿਧੀਆਂ 18 ਸਿੱਧੀਆਂ ਜਿਹੜੀਆਂ ਨੇ। ਸਾਹਿਬ ਕਹਿਣ ਲੱਗੇ ਜਦੋਂ ਹਉਮੈ ਮਨੁੱਖ ਦੇ ਅੰਦਰੋਂ ਦੂਰ ਹੋ ਜਾਂਦੀ ਹੈ, ਕੰਤ ਦੇ ਵਿੱਚ ਸਮਾ ਜਾਂਦੀ ਹੈ। ਤੇ ਕਿਵੇਂ ਸਮਾਉਂਦੀ ਹੈ? 9 ਨਿਧੀਆਂ ਦੇ ਖਜ਼ਾਨੇ ਮਾਲਕ ਵਾਹਿਗੁਰੂ ਦੇ ਨਾਲ ਜਿਹੜਾ ਹੈ ਨਵਨਿਧ ਪਾਈ, ਉਸ ਦੀ ਪ੍ਰਾਪਤੀ ਕਰ ਲੈਂਦੀ ਹੈ। ਅਣਕ ਜਨਮ ਬਿਸੁਰਤ ਦੁੱਖ ਪਾਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਅਨੇਕਾਂ ਜਨਮਾਂ ਦੇ ਵਿਛੜਨ ਕਰਕੇ ਜੀਵ ਦੁੱਖ ਪਾ ਰਿਹਾ ਹੈ। ਭਗਤ ਕਬੀਰ ਜੀ ਕਹਿਣ ਲੱਗੇ ਇੱਕ ਦੁੱਖ ਰਾਮ ਰਾਏ ਕੱਟਹੁ ਮੇਰਾ, ਅਗਨ ਦਹਿ ਅਰ ਗਗਬ ਬਸੇਰਾ। ਇਸ ਤੋਂ ਪਹਿਲਾਂ ਕੀ ਸੀ? ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਸਾਹਿਬ ਕਹਿਣ ਲੱਗੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਮਿਲਣ ਵਾਸਤੇ ਤੈਨੂੰ ਮੌਕਾ ਮਿਲਿਆ ਹੈ। ਤੇ ਸਾਹਿਬ ਕਹਿਣ ਲੱਗੇ ਅਨਕ ਜਨਮ ਬਿਸਰਤ ਦੁੱਖ ਪਾਇਆ, ਵਿਸੜਨ ਕਰਕੇ ਤੇਰੇ ਨਾਲੋਂ ਜਿਹੜਾ ਹੈ ਉਹ ਦੁੱਖ ਪਾਉਂਦਾ ਪਿਆ ਹੈ। ਕਰ ਗਹਿ ਲੇਹੋ ਪ੍ਰੀਤਮ ਪ੍ਰਭ ਰਾਇਆ। ਕਰ ਦਾ ਅਰਥ ਹੈ ਹੱਥ, ਲੇਹੋ ਦਾ ਅਰਥ ਹੈ ਸਤਿਗੁਰੂ ਜੀ ਕਹਿਣ ਲੱਗੇ ਗਹਿ ਦਾ ਅਰਥ ਹੈ ਫੜ ਲਵੋ, ਹੱਥ ਫੜ ਲਵੋ। ਕਿਹਨੂੰ ਹੱਥ ਫੜ ਲਵੋ? ਪ੍ਰੀਤਮ ਪ੍ਰਭ ਰਾਇਆ। ਹੇ ਪ੍ਰਾਨਾਂ ਤੋਂ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਮੇਰਾ ਜਿਹੜਾ ਹੈ ਸੁਰਤ ਰੂਪੀ ਹੱਥ ਆਪ ਜੀ ਕਿਰਪਾ ਕਰੋ, ਫਿਰ ਹੀ ਜਿਹੜਾ ਹੈ ਐਸੀ ਮਤ ਮੇਰਾ ਹਿਰਦੈ ਦੁਆਓ। ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਓ। ਸਾਹਿਬ ਕਹਿਣ ਲੱਗੇ ਮਤ ਸੁਮਤ ਤੇਰਾ ਵਸ ਸੁਆਮੀ। ਅੱਜ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਹੁਕਮਨਾਮੇ ਦੇ ਵਿੱਚ ਵੀ ਇਹੋ ਬਖਸ਼ਿਸ਼ ਕੀਤੀ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਡਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਹੇ ਮੇਰੇ ਮਨਾ, ਤੂੰ ਕਿਹੜੀ ਭੈੜੀ ਸਿੱਖਿਆ ਲੈ ਲਈ ਹੈ? ਪਰ ਡਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਜਿਸ ਨੂੰ ਸਾਹਿਬ ਕਹਿਣ ਲੱਗੇ ਨਿੰਦਾ ਕਰਤ ਜਨਮ ਸਰਾਨੋ, ਕਬਹੁ ਨਾ ਸਿਮਰਿਓ ਰਾਮ। ਕਹਿ ਕਬੀਰ ਚੇਤੈ ਨਹੀਂ, ਮੂਰਖ ਮੁਗਧ ਗਵਾਰ, ਰਾਮ ਨਾਮ ਜਾਣਿਓ ਨਹੀਂ, ਕੈਸੇ ਉਤਰਸ ਪਾਰ। ਸਾਹਿਬ ਕਹਿਣ ਲੱਗੇ ਹੈ ਅਕਾਲ ਪੁਰਖ ਵਾਹਿਗੁਰੂ ਜੀ,
ਮੈਨੂੰ ਜਿਹੜਾ ਹੈ ਆਪਣਾ ਹੱਥ ਦੇ ਕੇ ਬਚਾਉਣਾ ਕਰੋ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਭਣਤ ਨਾਨਕ ਸਹੋ ਹੈ ਪੀ ਹੋਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਮ ਦੀ ਮੋਹਰ ਲਾ ਕੇ ਕਹਿਣ ਲੱਗੇ, ਸਹੋ ਹੈ ਭੀ ਹੋਸੀ। ਅਕਾਲ ਪੁਰਖ ਵਾਹਿਗੁਰੂ ਹੁਣ ਵੀ ਹੈ, ਪਹਿਲਾਂ ਵੀ ਸੀ, ਅਗਾਂਹ ਵੀ ਰਹੇਗਾ। ਜਿਸ ਨੂੰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਾਹਿਬ ਕਹਿਣ ਲੱਗੇ, ਭਣਤ ਨਾਨਕ ਸਹੋ ਹੈ ਭੀ ਹੋਸੀ। ਉਹ ਅਕਾਲ ਪੁਰਖ ਵਾਹਿਗੁਰੂ ਹੁਣ ਹੈ, ਇਸ ਤੋਂ ਪਹਿਲਾਂ ਵੀ ਸੀ, ਇਸ ਤੋਂ ਬਾਅਦ ਵਿੱਚ ਵੀ ਮੌਜੂਦ ਰਹੇਗਾ। ਜੈ ਭਾਵੈ ਪਿਆਰਾ ਤੈਰਾ ਵੇਸੀ। ਸਤਿਗੁਰੂ ਜੀ ਕਹਿਣ ਲੱਗੇ, ਜਿਹੜੀ ਫਿਰ ਜੀਵ ਰੂਪੀ ਇਸਤਰੀ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ ਨਾ, ਤੈਰ ਆਵੇ ਸੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੀ ਹੈ। ਅਭੇਦ ਕਿਵੇਂ ਹੁੰਦੀ ਹੈ? ਪਰ ਮਨੁੱਖ ਦੀ ਹਾਲਤ ਇਹ ਹੈ, ਹਰ ਸਿਮਰਨ ਸਾੜ ਪਰਮਗਤ ਚਾਹੇ। ਬੱਚਾ ਸਕੂਲ ਦੇ ਵਿੱਚ ਦਾਖਲ ਹੋ ਜਾਵੇ, ਜਿੰਨਾ ਚਿਰ ਪੜ੍ਹਾਈ ਨਾ ਕਰੇ ਉਹ ਜਿਹੜਾ ਹੈ ਅਗਲੀ ਕਲਾਸ ਦੇ ਵਿੱਚ ਨਹੀਂ ਹੁੰਦਾ। ਇਸੇ ਤਰ੍ਹਾਂ ਸਾਹਿਬ ਕਹਿਣ ਲੱਗੇ, ਸਿਖਾ ਮਨੁੱਖਾ ਤੂੰ ਵੀ ਸੰਸਾਰ ਦੇ ਵਿੱਚ ਆਇਆ ਹੈ, ਇੱਥੇ ਆ ਕੇ ਗੁਰੂ ਕੇ ਬਾਣੇ ਦੇ ਨਾਲ ਜੁੜਨਾ, ਖੰਡੇ ਬਾਟੇ ਦੀ ਪਹੁਲ ਪ੍ਰਾਪਤ ਕਰਨੀ, ਸਿੱਖੀ ਸਰੂਪ ਦੇ ਵਿੱਚ ਦਾਖਲਾ ਲੈਣਾ ਸੀ। ਹੁਣ ਪਹੁਲ ਤੇ ਪ੍ਰਾਪਤ ਕਰ ਲਈ, ਪਰ ਜਿਹੜਾ ਏ ਹੁਣ ਅੱਗੇ ਕਮਾਈ ਨਹੀਂ ਕਰਦਾ ਪਿਆ। ਪੰਜਾਂ ਪਿਆਰਿਆਂ ਨੇ ਤੈਨੂੰ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮ ਦਿੱਤਾ ਸੀ, ਤੂੰ ਉਹਨੂੰ ਵੀ ਨਹੀਂ ਕਰਦਾ ਪਿਆ। ਸ਼ਾਮ ਨੂੰ ਸੋਧਰ ਦੀ ਬਾਣੀ ਦਾ ਜਾਪ ਦਿੱਤਾ ਸੀ, ਉਹ ਵੀ ਨਹੀਂ ਕਰਦਾ ਪਿਆ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਦਿੱਤਾ ਸੀ, ਉਹ ਵੀ ਨਹੀਂ ਕਰਦਾ ਪਿਆ। ਮੂਲ ਮੰਤਰ ਤੇ ਗੁਰ ਮੰਤਰ ਤੈਨੂੰ ਦ੍ਰਿੜ ਕਰਾਇਆ ਸੀ, ਤੂੰ ਉਹਦਾ ਵੀ ਅਭਿਆਸ ਨਹੀਂ ਕਰਦਾ ਪਿਆ। ਸਾਹਿਬ ਕਹਿਣ ਲੱਗੇ, ਮਨੁੱਖ ਦੀ ਹਾਲਤ ਇਹ ਹੋ ਗਈ, ਹਰ ਸਿਮਰਨ ਸਾੜ ਪਰਮਗਤ ਚਾਹੈ, ਮੂਲ ਬਿਨਾ ਸਾਖਾ ਕਾ ਤਿਆ ਹੈ। ਸਤਿਗੁਰੂ ਜੀ ਕਹਿਣ ਲੱਗੇ, ਜੈ ਭਾਵੈ ਪਿਆਰਾ ਤੈਰ ਆਵੇ ਸੀ। ਜਿਹੜੇ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੇ ਲੱਗਦੇ ਨੇ, ਉਹ ਉਹਦੇ ਵਿੱਚ ਅਭੇਦ ਹੋ ਜਾਂਦੇ ਨੇ। ਸਾਹਿਬ ਕਹਿਣ ਲੱਗੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਉ ਜਲ ਤਰੰਗ ਉਠੈ ਬਹੁ ਭਾਤੀ, ਫਿਰ ਸਲਲੈ ਸਲਲ ਸਮਾਏ ਦਾ। ਜਿਸ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਾ ਸੁਨਾਹੇ। ਜਲ ਤੇ ਉਪਜ ਤਰੰਗ, ਜਿਉ ਜਲ ਹੀ ਵਿਖੇ ਸਮਾਹੇ। ਜਿਵੇਂ ਜਲ ਦੇ ਵਿੱਚੋਂ ਤਰੰਗਾਂ ਉਪਜਦੀਆਂ ਨੇ, ਉਹ ਜਲ ਦੇ ਵਿੱਚ ਸਮਾ ਜਾਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸਿਮਰਨ ਦੀ ਬਾਣੀ ਦੀ ਕਮਾਈ ਕਰਦੇ ਨੇ, ਅਭਿਆਸ ਕਰਦੇ ਨੇ, ਉਹ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸ਼ਬਦ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਜਾਵੇ। ਅਸੀਂ ਕਣਕਾਂ ਮਾਤਰ ਆਪਣੇ ਜੀਵਨ ਦੇ ਵਿੱਚ ਕਮਾ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋਵਣ। ਵਿਚਾਰਾਂ ਕਰਦਿਆਂ ਤੋਂ ਏਕ ਨਹੀਂ, ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ। ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਿਤਾਰਨੀਆਂ, ਅੰਤ ਵਿੱਚ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾ ਗਾਵਹੁ ਹਰਿ ਕੇਰਾ ਮਨ ਜਿ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ। ਹਰਿ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ। ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇਸਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤਹੁ। ਸ਼ਬਦ ਧਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।
ਧੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ। ਆਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ। ਦੁਖ ਰੋਗ ਸੰਤਾਪ ਉਤਰੇ, ਸੁਣੀ ਸਾਚੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ। ਦਿਵਸ ਰਾਤ ਦੁਇ ਦਾਈ, ਦਾਇਆ ਖੇਲੈ ਸਗ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ। ਕਰਮੀ ਆਪੋ ਆਪਣੀ, ਕੇ ਨੇੜੈ ਕੇ। ਜਿਨੀ ਨਾਮ ਧਿਆਇਆ, ਗਏ ਮਸਕਤ। ਨਾਨਕ ਤੇ ਮੁਖ ਉਜਲੇ ਕੀਤੀ। ਜਿਨੇ ਨਾਮ ਧਿਆਇਆ, ਗਏ ਮਸਕਤ। ਨਾਨਕ ਤੇ ਮੁਖ ਉਜਲੇ ਕੀਤੀ ਸੁਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂਠਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦ ਨਾਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿ ਦਰਸ਼ਨ ਪਰਸਿਐ। ਗੁਰੂ ਕੈ ਜਨਮ ਮਰਨ, ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਸੱਜਣ ਸੱਚਾ ਪਾਤਸ਼ਾਹ। ਸਿਰਸੋਂ ਜਿਸ ਪਾਸ ਬੈਠਿਆ, ਸੋਹੀਐ ਸਭਨਾ ਦਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨੌਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ, ਮਨ ਰੇ ਕੌਣ ਕੁਮਤ ਤੈ ਲੀਨੀ। ਪਰਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕੀਨੀ। ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਧਾਇਆ। ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰਿ ਭਜਿਓ, ਨਾ ਗੁਰ ਜਨ ਸੇਵਿਓ। ਨਹਿ ਉਪਜਿਓ ਕਸ ਗਿਆਨਾ, ਘਟ ਹੀ ਮਾਹੇ ਨਿਰੰਜਨ ਤੇਰੈ। ਤੈ ਖੋਜਤ ਉਦਿਆਨਾ, ਬਹੁਤ ਜਨਮ ਭਰਮਤ ਤੈ ਹਾਰਿਓ। ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ। ਨਾਨਕ ਬਾਤ ਬਤਾਏ, ਬਹੁਤ ਜਨਮ ਭਰਮਤ ਤੈ ਹਾਰਿਓ। ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ। ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।